ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਹੈ ਇੱਕ ਭਰਿਆ ਪੂਰਾ ਦਿਨ। 10ਵਾਂ ਅੰਗ, ਦੂਸਰਿਆਂ ਪ੍ਰਤੀ ਫਿਕਰਮੰਦੀ ਖੁਸ਼ੀ ਦੇ ਸੋਮੇ। ਐਤਵਾਰ ਦਾ ਦਿਨ, ਸਮਾਗਮ ਦਾ ਇਹੀ ਸਮਾਂ ਕੋਈ 10:30 ਜਾਂ 11 ਵਜੇ। ਜਦੋਂ ਮੈਂ ਕਿਹਾ ਮੈਂ ਹਰ ਐਤਵਾਰ ਹੀ ਕਿਸੇ ਨਾ ਕਿਸੇ ਸਰਗਰਮੀ ਨਾਲ ਜੁੜਿਆ ਹੁੰਦਾ, ਤਾਂ ਇਹ ਸਰਗਰਮੀ ਹੌਲੀ ਹੌਲੀ ਇਸ ਰਫਤਾਰ ਤੱਕ ਪਹੁੰਚੀ ਹੈ ਕਿ ਜੋ ਕਿਸੇ ਵੇਲੇ ਸਾਲ 'ਚ 5-6 ਵਾਰ ਹੁੰਦੀ ਸੀ, ਹੁਣ 50 ਹੋ ਗਈ ਹੈ। ਸਰਗਰਮੀ ਦੀ ਗਿਣਤੀ ਦਾ 10 ਗੁਣਾ ਵੱਧ ਜਾਣਾ, ਇਹਨੇ ਉਮਰ ਦੇ ਦਿਨਾਂ ਨੂੰ ਵੀ ਰਫਤਾਰ ਦਿੱਤੀ ਹੈ। ਪਤਾ ਨਹੀਂ ਚੱਲਦਾ ਕਦੋਂ ਜ਼ਿੰਦਗੀ ਦੇ 7ਵੇਂ ਦਹਾਕੇ ਨੂੰ ਪਾਰ ਕਰਨ ਜਾ ਰਹੇ ਹਾਂ। ਵੈਸੇ ਤਾਂ ਸਰਗਰਮੀ ਦੀ ਤੇਜ਼ੀ 1988 ਤੋਂ ਬਾਅਦ ਆਪਣੀ ਵਿਧੀਵਤ ਪੜ੍ਹਾਈ ਦੇ ਰੁਝੇਵੇਂ ਤੇ ਤਣਾਅ ਤੋਂ ਬਾਅਦ ਸ਼ੁਰੂ ਹੁੰਦੀ ਹੈ, ਪਰ ਇਹਦੀਆਂ ਜੜ੍ਹਾਂ ਕਿਤੇ ਨਾ ਕਿਤੇ ਬਚਪਨ ਜਾਂ ਕਿਸ਼ੋਰ ਅਵਸਥਾ 'ਚ ਪਈਆਂ ਲੱਭ ਸਕਦੀਆਂ ਹਨ। ਮੈਂ ਸਕੂਲ ਦੇ ਸਮੇਂ ਦੌਰਾਨ ਸਕਾਊਟ ਦੇ ਤੌਰ 'ਤੇ ਸਰਗਰਮ ਰਿਹਾ, ਇੰਨਾ ਕਿ ਮੈਂ ਇਹਦੇ ਸਾਰੇ ਪੜਾਅ ਪਾਰ ਕਰ ਪ੍ਰੈਜ਼ੀਡੈਂਟ ਸਕਾਊਟ ਦਾ ਖਿਤਾਬ ਹਾਸਲ ਕੀਤਾ ਅਤੇ ਸਾਲ 1968 ਵਿੱਚ ਦੇਸ਼ ਦੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੇ ਹੱਥੋਂ ਰਾਸ਼ਟਰਪਤੀ ਭਵਨ ਵਿਖੇ ਇਹ ਸਰਟੀਫਿਕੇਟ ਹਾਸਲ ਕੀਤਾ। ਮੈਂ ਕਾਲਜ ਵਿੱਚ BSc ਕਰਦਿਆਂ NSS ਕੈਂਪ ਵਿੱਚ ਰਿਹਾ ਅਤੇ ਉਹਦੇ ਅੰਤਰਗਤ ਪਿੰਡਾਂ ਦੀਆਂ ਸੜਕਾਂ ਸਫਾਈ ਦੇ ਕੈਂਪ ਲਗਾਏ। ਮੈਨੂੰ ਯਾਦ ਹੈ ਭਾਰਤ ਪਾਕ ਦੀ 1965 ਦੀ ਲੜਾਈ ਦੌਰਾਨ ਫਾਜ਼ਿਲਕਾ ਬਾਰਡਰ ਤੋਂ ਉੱਠ ਕੇ ਲੋਕੀ ਅਬੋਹਰ ਹਾਇਰ ਸੈਕੰਡਰੀ ਸਕੂਲ 'ਚ ਠਹਿਰਾਏ ਗਏ। ਉਹਨਾਂ ਲਈ ਦਾਲ ਰੋਟੀ ਇਕੱਠੀ ਕਰਨ ਵਰਤਾਉਣ ਦੀ ਮੁਹਿੰਮ 'ਚ ਹਿੱਸਾ ਲੈਂਦਾ ਰਿਹਾ। ਉਹ ਸਾਰੇ ਬੜੀ ਤਸੱਲੀ ਵਾਲੇ ਪਲ ਸਨ। ਮੈਡੀਕਲ ਕਾਲਜ ਦੀ MBBS ਦੇ 5 ਸਾਲਾਂ ਦੌਰਾਨ ਸਾਡੀ ਜਮਾਤ ਦੇ ਕੁਝ ਵਿਦਿਆਰਥੀਆਂ ਨੇ ਬਲੱਡ ਡੋਨਰ ਕਲੱਬ ਬਣਾਇਆ ਅਤੇ ਉਹਦੀ ਮੁੱਢਲੀ ਟੀਮ ਵਿੱਚ ਮੈਂ ਵੀ ਸ਼ਾਮਲ ਹੋਇਆ। ਪਰ ਸਮਾਜਿਕ ਪੱਧਰ 'ਤੇ ਆਪਣੀ ਸੋਚ ਨਾਲ ਸਰਗਰਮੀ ਸ਼ੁਰੂ ਹੋਈ 1988 ਵਿੱਚ, ਜਦੋਂ ਇੱਥੇ ਪਹਿਲਾਂ ਖੇਮਕਰਨੀ ਸਾਹਿਬ ਨਾਲ ਰਲ ਕੇ ਮਿੰਨੀ ਕਹਾਣੀ ਲੇਖਕ ਮੰਚ ਦਾ ਗਠਨ ਕੀਤਾ। ਫਿਰ ਅਗਲੇ ਸਾਲ ਭਾਰਤ ਗਿਆਨ ਵਿਗਿਆਨ ਸੰਮਤੀ ਦੇ ਮਾਧਿਅਮ ਰਾਹੀਂ ਇੱਕ ਸਵੈ ਸੇਵੀ ਸੰਸਥਾ ਦੇ ਬੈਨਰ ਹੇਠ ਲੋਕਾਂ 'ਚ ਕੰਮ ਕਰਨ ਦਾ ਪਹਿਲਾ ਮੌਕਾ ਮਿਲਿਆ। ਜੇ ਕਹਾਂ ਕਿ ਭਾਰਤ ਗਿਆਨ ਵਿਗਿਆਨ ਸੰਮਤੀ ਦੀ ਭੂਮਿਕਾ ਮੇਰੀ ਜ਼ਿੰਦਗੀ 'ਚ ਉਹ ਹੈ ਜਿਹਨੇ ਮੈਨੂੰ ਲੋਕਾਂ ਦੇ ਇਕੱਠ 'ਚ ਬੋਲਣਾ ਸਿਖਾਇਆ। ਭਾਵੇਂ ਕਾਲਜ 'ਚ 150 ਬੱਚਿਆਂ ਦੀ ਕਲਾਸ ਨੂੰ ਪੜ੍ਹਾਉਂਦਾ ਰਿਹਾ, ਪਰ ਉਸ 'ਚ ਸਰੋਤਿਆਂ ਦੀ ਮਾਨਸਿਕ ਬਣਤਰ, ਅਧਿਆਪਕ ਵਿਦਿਆਰਥੀ ਰਿਸ਼ਤਾ, ਮਸ਼ੀਨੀ ਤਕਨੀਕ ਰਾਹੀਂ ਕੁਝ ਤਸਵੀਰਾਂ ਆਦਿ ਦਾ ਯੋਗਦਾਨ ਹੁੰਦਾ ਹੈ। ਪਰ ਆਮ ਲੋਕਾਂ 'ਚ ਗੱਲ ਕਰਨਾ ਇੱਕ ਵੱਖਰਾ ਹੁਨਰ ਹੈ ਜੋ ਮੈਂ ਲਗਾਤਾਰ ਸਿੱਖਿਆ ਅਤੇ ਸਿੱਖ ਰਿਹਾ ਹਾਂ। ਭਾਰਤ ਗਿਆਨ ਵਿਗਿਆਨ ਸੰਮਤੀ ਦੀ ਮੁਹਿੰਮ ਖਾਸ ਕਰ ਵੱਡੀ ਉਮਰ ਦੇ ਅਨਪੜ੍ਹ ਲੋਕਾਂ ਨੂੰ ਸਾਖਰ ਕਰਨ ਦੀ ਮੁਹਿੰਮ ਸੀ। ਜਦੋਂ ਪੰਜਾਬ ਲਈ ਟੀਮ ਦਾ ਗਠਨ ਹੋ ਰਿਹਾ ਸੀ ਤਾਂ ਅੰਮ੍ਰਿਤਸਰ ਜ਼ਿਲ੍ਹੇ ਲਈ ਮੈਨੂੰ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ। ਅੱਤਵਾਦ ਦਾ ਸਮਾਂ ਹੋਣ ਕਰਕੇ ਅੰਮ੍ਰਿਤਸਰ 'ਚ ਪਹਿਲਾ ਪੜਾਅ ਵੀ ਪੂਰੇ ਟੀਚਿਆਂ ਨਾਲ ਸੰਭਵ ਨਾ ਹੋ ਸਕਿਆ ਅਤੇ ਦੂਸਰੇ ਪੜਾਅ ਵਿੱਚ ਸ਼ਾਮਿਲ ਨਾ ਹੋਇਆ। ਪਰ ਰਾਜ ਪੱਧਰੀ ਕਮੇਟੀ ਬਣੀ ਰਹੀ ਅਤੇ ਕੁਝ ਕੁ ਜ਼ਿਲ੍ਹਿਆਂ 'ਚ ਕੰਮ ਵੀ ਜਾਰੀ ਰਿਹਾ। ਪਰ ਇਸ ਮੁਹਿੰਮ ਦੇ ਜ਼ਰੀਏ ਅੰਮ੍ਰਿਤਸਰ 'ਚ ਬਣੀ ਟੀਮ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਕਈ ਸੰਪਰਕ ਵੀ ਦਿੱਤੇ, ਇੱਕ ਰਾਹ ਵੀ ਦਿਖਾਇਆ। ਇਸੇ ਤਰਜ਼ 'ਤੇ ਅੰਮ੍ਰਿਤਸਰ 'ਚ ਅੰਮ੍ਰਿਤਸਰ ਸਾਇੰਟੀਫਿਕ ਅਵੇਅਰਨੈਸ ਗਰੁੱਪ ਦੀ ਸਥਾਪਨਾ ਹੋਈ, ਜਿਸ ਵਿੱਚ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ YP ਗੁਪਤਾ ਨੇ ਬੜੀ ਲਗਨ ਨਾਲ ਕੰਮ ਕੀਤਾ। ਸਿਹਤ ਪ੍ਰਤੀ ਜਾਗਰੂਕਤਾ ਨੂੰ ਲੈ ਕੇ ਖਾਸ ਕਰ ਸਕੂਲਾਂ 'ਚ ਕਾਰਜ ਕਰਨ ਲਈ ਸਾਥੀ ਸੰਸਥਾ ਬਣਾਈ, ਜਿਸ ਵਿੱਚ ਮੇਰੇ ਨਾਲ ਪਰਸ਼ੋਤਮ ਲਾਲ ਜੁੜੇ ਅਤੇ ਇਸੇ ਲੜੀ ਵਿੱਚ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਦੇ ਨਾਲ ਰਲ ਕੇ ਜੁਆਇੰਟ ਐਫਰਟ ਬੈਨਰ ਹੇਠ ਸ਼ਹਿਰ ਦੀਆਂ 12 ਸਵੈ ਸੇਵੀ ਸੰਸਥਾਵਾਂ ਇਕੱਠੀਆਂ ਹੋਈਆਂ। ਸਮਾਜਿਕ ਚੇਤਨਾ ਦੇ ਕੰਮਾਂ ਦੇ ਨਾਲ ਨਾਲ ਲੇਖਕ ਜਥੇਬੰਦੀਆਂ ਨਾਲ ਵੀ ਜੁੜਨ ਦਾ ਸਬੱਬ ਬਣਿਆ, ਜਿਸ ਵਿੱਚ ਪਹਿਲਾਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਫਿਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ। ਦੋਹਾਂ ਸੰਸਥਾਵਾਂ ਦੀ ਚੋਣ ਪ੍ਰਕਿਰਿਆ ਵਿੱਚੋਂ ਗੁਜ਼ਰਦਿਆਂ 6 ਸਾਲ ਤੱਕ ਕਾਰਜਕਾਰਨੀ ਵਿੱਚ ਬਣਿਆ ਰਿਹਾ, ਪਰ ਹੌਲੀ ਹੌਲੀ ਦੋਹਾਂ ਦੀ ਚੋਣ ਪ੍ਰਕਿਰਿਆ ਨੇ ਮੋਹ ਭੰਗ ਕੀਤਾ। ਲੇਖਕਾਂ ਦੇ ਕਿਰਦਾਰ 'ਤੇ ਕਈ ਪ੍ਰਸ਼ਨ ਚਿੰਨ੍ਹ ਲੱਗੇ ਅਤੇ ਨਾਲ ਹੀ ਕੋਈ ਸਾਰਥਕ ਉਦੇਸ਼ ਨਾ ਦਿਸਿਆ। ਉਂਝ ਜੇ ਮੈਂ ਇਹ ਕਹਾਂ ਕਿ ਸਰਗਰਮ ਰਹਿਣਾ ਮਤਲਬ ਕੋਈ ਨਾ ਕੋਈ ਰੁਝੇਵਾਂ ਬਣਾ ਕੇ ਰੱਖਣ ਦੀ ਪ੍ਰਵਿਰਤੀ ਮੇਰੇ ਅੰਦਰ ਹੈ, ਜੋ ਅੱਜ ਤੱਕ ਬਣੀ ਹੋਈ ਹੈ, ਦਾ ਸਿਹਰਾ ਬੀਜ ਰੂਪ ਵਿੱਚ ਭਾਰਤ ਗਿਆਨ ਵਿਗਿਆਨ ਸੰਮਤੀ ਵਿੱਚ ਕੰਮ ਕਰਨ ਨੂੰ ਜਾਂਦਾ ਹੈ। ਤਜਰਬਾ ਅਤੇ ਤਾਜ਼ਗੀ ਹਾਦਸਿਆਂ ਤੋਂ ਵੱਖ ਨਹੀਂ ਹਨ। ਭਾਰਤ ਗਿਆਨ ਵਿਗਿਆਨ ਸੰਮਤੀ ਦਾ ਨਾਂ ਲੈ ਕੇ ਘਟਨਾ ਨੂੰ ਜੋੜਿਆ ਜਾ ਸਕਦਾ ਹੈ, ਪਰ ਘਰ ਤੋਂ ਬਾਹਰ ਸੜਕ 'ਤੇ ਸੰਭਾਵਨਾ ਜ਼ਰੂਰ ਵੱਧ ਜਾਂਦੀ ਹੈ। ਪਰ ਲੋਕਾਂ ਨੂੰ ਘਰੇ ਸੁੱਤੇ ਸੁੱਤੇ ਹਾਰਟ ਅਟੈਕ ਆ ਜਾਂਦੇ ਹੈ।
ਲੋਕ ਨਹਾਉਂਦੇ ਹੋਏ ਬਾਥਰੂਮ 'ਚ ਡਿੱਗ ਕੇ ਵੀ ਹੱਡੀਆਂ ਤੁੜਵਾ ਬੈਠਦੇ ਆ। ਜਿਵੇਂ ਇੱਕ ਵੱਡੇ ਹਾਦਸੇ ਲਈ ਸਫਦਰਜੰਗ ਹਸਪਤਾਲ ਦੀ ਮੀਟਿੰਗ ਬਹਾਨਾ ਸੀ, ਇਸੇ ਤਰ੍ਹਾਂ ਸੰਮਤੀ ਦੀ ਰਾਜ ਪੱਧਰੀ ਇੱਕ ਮੀਟਿੰਗ ਜਲੰਧਰ ਵਿਖੇ ਸੀ। 1990 ਦਾ ਸਮਾਂ ਸੀ। ਭਾਰਤ ਗਿਆਨ ਵਿਗਿਆਨ ਸੰਮਤੀ ਦੀ ਮੀਟਿੰਗ ਅਟੈਂਡ ਕਰ ਵਾਪਸੀ ਲਈ ਬੱਸ ਸਟੈਂਡ 'ਤੇ ਪਹੁੰਚਿਆ। ਸ਼ਾਮ ਢਲ ਗਈ ਸੀ। ਆਖਰੀ 1-2 ਬੱਸਾਂ ਹੀ ਜਾਣ ਵਾਲੀਆਂ ਸੀ। ਜਦੋਂ ਮੈਂ ਪਹੁੰਚਿਆ, ਅੱਡੇ 'ਤੇ ਬੱਸ ਨਹੀਂ ਲੱਗੀ ਸੀ ਅਤੇ ਕਾਫੀ ਭੀੜ ਸੀ। ਫਿਰ ਇੱਕ ਬੱਸ ਕਾਊਂਟਰ 'ਤੇ ਲੱਗਣ ਨੂੰ ਆਉਂਦੀ ਦਿਸੀ। ਮੈਂ ਸੀਟ ਲੈਣ ਦੇ ਮਾਰੇ ਅਗਲੀ ਵਾਰੀ ਤੋਂ ਚੜ੍ਹਨ ਲਈ ਥੱਲੇ ਉਤਰ ਗਿਆ। ਬੱਸ ਅਜੇ ਬੈਕ ਹੋ ਰਹੀ ਸੀ। ਇੱਕ ਬੱਸ ਨਾਲ ਦੇ ਕਾਊਂਟਰ 'ਤੇ ਪਹਿਲਾਂ ਖੜ੍ਹੀ ਸੀ। ਡਰਾਈਵਰ ਵੱਲੋਂ ਸਹੀ ਸੇਧ ਤੁਰਦੀ ਬੱਸ 'ਚ ਕਿਤੇ ਟੇਢ ਆ ਗਈ ਅਤੇ ਦੋਹੇ ਬੱਸਾਂ 'ਚ ਵਕਫਾ ਘੱਟ ਗਿਆ ਅਤੇ ਮੈਨੂੰ ਕੋਈ ਅੰਦਾਜ਼ਾ ਨਾ ਹੋਇਆ। ਮੈਂ ਛੇਤੀ ਨਾਲ ਪਿੱਛੇ ਨਾ ਮੁੜ ਸਕਿਆ ਅਤੇ ਦੋਹਾਂ ਬੱਸਾਂ ਵਿੱਚ ਆ ਗਿਆ। ਦੋਹੇ ਮੋਢੇ ਨਪੀੜੇ ਗਏ। ਇੱਕਦਮ ਚੀਸ ਨਿਕਲੀ। ਛਾਤੀ ਦੀਆਂ ਹੱਡੀਆਂ ਦੋਵੇਂ ਪਾਸੇ ਦੀਆਂ ਹੰਸਲੀਆਂ ਟੁੱਟ ਗਈਆਂ। ਅੱਡੇ 'ਤੇ ਖੜ੍ਹੇ ਕਈ ਲੋਕ ਦੌੜੇ ਮੈਨੂੰ ਫੜਿਆ ਅਤੇ ਅੱਡੇ 'ਤੇ ਲੈ ਆਏ। ਮੈਂ ਹੋਸ਼ ਵਿੱਚ ਸੀ, ਪਰ ਦਰਦ ਸੀ ਅਤੇ ਥੋੜ੍ਹਾ ਜਿਹਾ ਮੱਥੇ 'ਤੇ ਖੂਨ ਵਗ ਰਿਹਾ ਸੀ। ਬੱਸ ਦੀ ਕੋਈ ਪੱਤਰੀ ਜਿਹੀ ਚੁਭੀ ਸੀ ਸ਼ਾਇਦ। ਅੱਡੇ 'ਤੇ ਗੋਲੀਆਂ ਵੇਚਦਾ ਇੱਕ ਸ਼ਖਸ ਉਸ ਭੀੜ ਵਿੱਚ ਮੇਰੇ ਕੋਲ ਆ ਖੜ੍ਹਾ ਸੀ। ਜਦੋਂ ਬਾਕੀ ਸਾਰੇ ਆਪਣੇ ਟਿਕਾਣਿਆਂ 'ਤੇ ਪਹੁੰਚਣ ਲਈ ਬੱਸ 'ਚ ਸਵਾਰ ਹੋ ਗਏ ਤਾਂ ਮੈਨੂੰ ਅੱਡੇ ਦੇ ਬਾਹਰ ਕਿਸੇ ਡਾਕਟਰ ਕੋਲ ਪੱਟੀ ਕਰਵਾਉਣ ਲੈ ਗਿਆ। ਹੱਡੀਆਂ ਦੀ ਟੁੱਟ ਭੱਜ ਤਾਂ ਅੰਦਰ ਸੀ, ਜ਼ਖਮ ਬਾਹਰ। ਡਾਕਟਰ ਨੇ ਪੱਟੀ ਕੀਤੀ ਅਤੇ ਹੰਸਲੀਆਂ ਦੀ ਟੁੱਟ ਦੇ ਮੱਦੇ ਨਜ਼ਰ ਇੱਕ ਸਹਾਰਾ ਜਿਹਾ ਦੇਣ ਲਈ ਪੱਟੀ ਬੰਨ੍ਹਤੀ। ਗੋਲੀਆਂ ਵੇਚ ਰਿਹਾ ਉਸ ਭਲੇ ਮਾਨਸ ਨੇ ਜਦੋਂ ਮੇਰੇ ਇਸ ਕੰਮ ਨੂੰ ਪੂਰਾ ਸਿਰੇ ਚੜ੍ਹਵਾਇਆ ਤਾਂ ਮੈਂ ਉਹਨੂੰ ਇੱਕ ਟੈਕਸੀ ਕਰਕੇ ਲਿਆਉਣ ਲਈ ਕਿਹਾ। ਉਹਨੇ ਮੇਰੇ ਲਈ ਇੱਕ ਟੈਕਸੀ ਦਾ ਬੰਦੋਬਸਤ ਕੀਤਾ ਅਤੇ ਮੈਨੂੰ ਉਸ 'ਚ ਬਿਠਾ ਕੇ ਆਪ ਵੀ ਨਾਲ ਹੀ ਬੈਠ ਗਿਆ। ਇਹ ਠੀਕ ਹੈ ਕਿ ਟੈਕਸੀ ਵਾਪਸ ਆਉਣੀ ਸੀ। ਇਹ ਠੀਕ ਹੈ ਕਿ ਉਹਦੇ ਕੰਮ ਧੰਦੇ ਦਾ ਸਮਾਂ ਵੀ ਮੁੱਕ ਚੱਲਿਆ ਸੀ, ਪਰ ਉਹਨੇ ਮੈਨੂੰ ਅੰਮ੍ਰਿਤਸਰ ਛੱਡ ਵਾਪਸ ਜਲੰਧਰ ਆਉਣਾ ਸੀ ਅਤੇ ਘੱਟੋ ਘੱਟ 3-4 ਘੰਟੇ ਲੱਗਣੇ ਹੀ ਸਨ ਅਤੇ ਉਹਨੇ ਘਰਦਿਆਂ ਨੂੰ ਇਤਲਾਹ ਕੀਤੇ ਬਗੈਰ ਮੇਰੇ ਨਾਲ ਆਉਣ ਦਾ ਮਨ ਬਣਾਇਆ। ਇਤਲਾਹ ਦੇਣ ਦਾ ਜ਼ਰੀਆ ਤਾਂ ਮੇਰੇ ਕੋਲ ਵੀ ਨਹੀਂ ਸੀ। ਮੋਬਾਈਲ ਤੱਕ ਹੀ, ਉਦੋਂ ਲੈਂਡਲਾਈਨ ਵੀ ਨਹੀਂ ਸੀ ਘਰੇ। ਉਹਦਾ ਕੀ ਨਾਂ ਸੀ ਮੈਨੂੰ ਨਹੀਂ ਪਤਾ। ਮੈਂ ਪੁੱਛਿਆ ਵੀ ਨਹੀਂ ਸ਼ਾਇਦ। ਇਸ ਹਾਦਸੇ ਨੇ ਸ਼ਾਇਦ ਇਸ ਤਰ੍ਹਾਂ ਉਸ ਬਾਰੇ ਦੱਸਣ ਪੁੱਛਣ ਦਾ ਮੌਕਾ ਹੀ ਨਹੀਂ ਦਿੱਤਾ। ਚਲੋ, ਇਹ ਤਾਂ ਇੱਕ ਹਾਦਸਾ ਹੈ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ, ਪਰ ਮੈਂ ਮੰਨਦਾ ਕਿ ਹਰ ਇੱਕ ਕੋਲ ਅਜਿਹੇ ਕਿੰਨੇ ਤਜਰਬੇ ਹੋਣਗੇ ਜਦੋਂ ਕਿਸੇ ਅਣਜਾਣ ਵਿਅਕਤੀ ਨੇ ਉਹਨਾਂ ਦੀ ਮਦਦ ਕੀਤੀ ਹੋਏਗੀ। ਮੇਰੇ ਕੋਲ ਵੀ ਹੋਰ ਹਨ। ਇੱਕ ਹਾਦਸਾ ਹੋਰ ਦੱਸਣਾ ਚਾਹੁੰਦਾ। ਅਸੀਂ 5 ਬੰਦੇ ਇੱਕ ਕਾਰ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੋਲਾ ਸਾਹਿਬ ਵਿੱਚ ਤਰਕਸ਼ੀਲ ਸੁਖਵਿੰਦਰ ਵੱਲੋਂ ਕਰਵਾਏ ਗਏ ਨਾਟਕ ਮੇਲੇ ਤੋਂ ਵਾਪਸ ਅੰਮ੍ਰਿਤਸਰ ਆ ਰਹੇ ਸੀ। ਵਾਪਸੀ 'ਤੇ ਤਕਰੀਬਨ ਰਾਤ ਦੇ 11 ਤੋਂ ਵੱਧ ਸਮਾਂ ਸੀ। ਇੱਕੋ ਦਮ ਕਾਰ ਡੋਲਣ ਲੱਗੀ। ਟਾਇਰ ਪੰਚਰ ਹੋ ਗਿਆ। ਸਟੈਪਨੀ ਬਦਲੀ। ਕੁਝ ਹੋਰ ਕਿਲੋਮੀਟਰ ਅੱਗੇ ਆਏ। ਤਰਨਤਾਰਨ ਟੱਪ ਚੁੱਕੇ ਸੀ। ਦੂਜੀ ਵਾਰੀ ਫਿਰ ਹਾਦਸਾ ਹੋਇਆ। ਟਾਇਰ ਪੰਕਚਰ। ਕਾਰ ਰੁਕ ਗਈ। ਸੋਚਣ ਲੱਗੇ ਕੀ ਕਰੀਏ। ਅੰਤ ਫੈਸਲਾ ਹੋਇਆ ਕਿ ਕਾਰ ਨੂੰ ਸੜਕ ਤੋਂ ਥੱਲੇ ਇੱਕ ਪਾਸੇ ਧੱਕ ਦਿੰਦੇ ਹਾਂ ਅਤੇ ਕਿਸੇ ਟਰੱਕ ਜਾਂ ਹੋਰ ਸਵਾਰੀ ਰਾਹੀਂ ਘਰੋਂ ਘਰੀ ਪਹੁੰਚਦੇ ਹਾਂ। ਅਜੇ ਇਸ ਬਾਰੇ ਸੋਚ ਹੀ ਰਹੇ ਸੀ ਕਿ ਇੱਕ ਸੱਜਣ ਆ ਕੇ ਰੁਕ ਕੇ ਪੁੱਛ ਤਾਂ ਪਹਿਲਾਂ ਵੀ ਕਹੀ ਚੁੱਕੇ ਸੀ ਭਾਵੇਂ, ਪਰ ਉਹਨੇ ਕਿਹਾ ਕਿ ਮੈਂ ਤੁਹਾਨੂੰ ਨੇੜਲੇ ਪਿੰਡ ਤੋਂ ਸਟੈਪਨੀ ਲਿਆ ਦਿੰਦਾ। ਤੁਸੀਂ ਘਰੇ ਪਹੁੰਚੋ ਅਤੇ ਸਵੇਰੇ ਅੰਮ੍ਰਿਤਸਰੋਂ ਹੀ ਮੇਰੇ ਕਿਸੇ ਜਾਣੂ ਦੇ ਘਰੇ ਛੱਡ ਜਾਣਾ। ਸਾਡੇ ਵਿੱਚੋਂ ਇੱਕ ਆਦਮੀ ਉਸ ਨਾਲ ਮੋਟਰਸਾਈਕਲ 'ਤੇ ਬੈਠਿਆ। ਸਟੈਪਨੀ ਦਵਾ ਕੇ ਸਾਨੂੰ ਤੋਰ ਕੇ ਉਹ ਆਪਣੇ ਘਰ ਨੂੰ ਹੋਇਆ। ਇਹ ਮਦਦ ਵੀ ਹੈ ਅਤੇ ਵਿਸ਼ਵਾਸ ਵੀ। ਹੁਣ ਕੋਈ ਇਹ ਕਹਿ ਸਕਦਾ ਹੈ ਕਿ ਜਲੰਧਰ ਉਹ ਗੋਲੀਆਂ ਵਾਲਾ ਜਾਂ ਇਸ ਅੱਧੀ ਰਾਤ ਨੂੰ ਇਹ ਸੱਜਣ ਰੱਬ ਬਣ ਕੇ ਬੌੜਿਆ। ਰੱਬ ਨੇ ਸਾਡੇ ਲਈ ਇਹ ਭੇਜਿਆ। ਇੱਕ ਵਾਰੀ ਇਹ ਲੱਗਦਾ ਜੱਚਦਾ ਵੀ ਹੈ, ਪਰ ਇਹ ਸਬੱਬ ਹੈ, ਮੌਕਾ ਮੇਲ ਹੈ। ਨਾਲੇ ਮਨੁੱਖ ਦੇ ਅੰਦਰ ਇੱਕ ਮੇਲ ਮਿਲਾਪ ਅਤੇ ਮਦਦ ਕਰਨ ਦੀ ਭਾਵਨਾ ਦਾ ਵਿਕਾਸ ਤਾਂ ਹੋਇਆ ਹੀ ਹੈ। ਰੱਬ ਦੀ ਹੋਂਦ ਅਤੇ ਉਹਦਾ ਇਸ ਢੰਗ ਨਾਲ ਰੂਪ ਬਦਲ ਕੇ ਆਉਣ ਨੂੰ ਇੱਕ ਵਾਰੀ ਮੰਨ ਵੀ ਲਈਏ ਤਾਂ ਮੇਰੀ ਦਲੀਲ ਹੈ ਕਿ ਜਦੋਂ ਐਕਸੀਡੈਂਟ ਹੋ ਰਿਹਾ ਸੀ ਉਦੋਂ ਉਹ ਕੀ ਕਰਦਾ ਸੀ। ਉਹ ਨਜ਼ਾਰਾ ਲੈ ਰਿਹਾ ਸੀ ਕਿ ਉਹਦੀਆਂ ਹੱਡੀਆਂ ਟੁੱਟ ਲੈਣ ਦਿਓ, ਫਿਰ ਮੈਂ ਆਪਣਾ ਰੂਪ ਬਦਲਣਾ ਸ਼ੁਰੂ ਕਰਾਂਗਾ ਅਤੇ ਇਹਦੀ ਮਦਦ ਲਈ ਜਾਵਾਂਗਾ। ਮੈਂ ਆਪਣੇ ਸਮਾਜ ਮਨੋਵਿਗਿਆਨ ਦੇ ਅਧਿਐਨ ਤੋਂ ਇਸ ਨਿਰਣੇ 'ਤੇ ਪੁੱਜਿਆ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਮਨੁੱਖ ਨੇ ਸਮਾਜ ਸਿਰਜਿਆ ਹੈ। ਇਹ ਦੋ ਪਹਿਲੂ ਕੁਝ ਇਸ ਤਰ੍ਹਾਂ ਸਮਝਣੇ ਚਾਹੀਦੇ ਹੈ ਕਿ ਜਾਨਵਰਾਂ ਤੋਂ ਵਿਕਾਸ ਕਰਦਾ ਮਨੁੱਖ ਆਪਣੇ ਤੋਂ ਇੱਕ ਕਦਮ ਪਿੱਛੋਂ ਆਪਣੇ ਹੀ ਵਰਗ ਦੇ ਥਣਧਾਰੀ ਜਾਨਵਰਾਂ ਦੇ ਮਿਲ ਬੈਠਣ, ਇਕੱਠੇ ਰਹਿਣ ਤੋਂ ਅੱਗੇ 1-2 ਪੱਖਾਂ ਤੋਂ ਨਿਵੇਕਲਾ ਹੈ। ਜਾਨਵਰਾਂ ਦੇ ਇਕੱਠ ਨੂੰ ਅਸੀਂ ਝੁੰਡ ਕਹਿੰਦੇ ਹਾਂ। ਉਹ ਇੱਕ ਦੂਜੇ ਨੂੰ ਆਪਣੀਆਂ ਸ਼ਕਲਾਂ ਰਾਹੀਂ ਪਛਾਣਦੇ ਹਨ। ਉਹ ਦੁੱਖ ਮਨਾਉਂਦੇ ਵੀ ਦੇਖੇ ਗਏ ਹਨ, ਪਰ ਉਹ ਕਿਸੇ ਦਾ ਸਹਾਰਾ ਨਹੀਂ ਬਣਦੇ, ਅੱਗੇ ਵੱਧ ਕੇ ਮਦਦ ਨਹੀਂ ਕਰਦੇ। ਅਸੀਂ ਇਹ ਕਰਦੇ ਹਾਂ। ਸਾਡੇ ਮਨ 'ਚ ਵਿਕਸਿਤ ਹੋਇਆ ਹੈ
ਇਸ ਤਰ੍ਹਾਂ ਅਸੀਂ ਇਸ ਭਾਵਨਾ ਤਹਿਤ ਪਹਿਲਾਂ ਮਦਦ ਕਰਨੀ ਕੀਤੀ ਵੀ ਤੇ ਫਿਰ ਇਕੱਠੇ ਰਹਿ ਕੇ ਵਿਧੀਵਤ ਵਿਉਂਤ ਹੇਠ ਰਹਿਣ ਦੀ ਪਹਿਲ ਜ਼ਰੂਰ ਕੀਤੀ ਤੇ ਉਹਨੂੰ ਸਮਾਜ ਕਿਹਾ, ਪਰਿਵਾਰ ਕਿਹਾ। ਤੁਸੀਂ ਖੁਦ ਦੱਸੋ, ਜਨਮ ਤੋਂ ਬਾਅਦ ਮਨੁੱਖ ਵਿੱਚ ਪਾਏ ਮਾਂ ਬੇਟੇ ਨੂੰ ਗੋਦ 'ਚ ਲੈ ਕੇ ਦੁੱਧ ਪਿਲਾਉਂਦੀ ਹੈ, ਛਾਤੀ ਨਾਲ ਲਾ ਕੇ, ਥਾਪੜਾ ਦੇ ਕੇ, ਲੋਰੀ ਸੁਣਾਉਂਦੀ ਹੋਈ ਸੁਲਾਉਂਦੀ ਹੈ। ਗੋਦੀ ਸਿਰਫ ਸਾਡੇ ਕੋਲ ਹੈ, ਮਨੁੱਖਾਂ ਕੋਲ। ਇਹ ਗੱਲ ਵੱਖਰੀ ਹੈ ਕਿ ਅਸੀਂ ਆਪਸ 'ਚ ਬੈਠੇ ਜਾਂ ਬਹੁਤ ਵਾਰੀ ਲਿਖਤਾਂ ਵਿੱਚ ਵੀ ਆਪਣੇ ਨਾਲ ਹੋਏ ਧੋਖੇ ਨੂੰ ਵੱਧ ਯਾਦ ਕਰਦੇ ਹਾਂ ਤੇ ਅੱਗੇ ਤੋਂ ਅੱਗੇ ਹੋ ਕੇ ਸੁਣਾਉਂਦੇ ਹਾਂ। ਹੋ ਸਕਦਾ ਉਹਨਾਂ ਦੀ ਗਿਣਤੀ ਵੱਧ ਹੋਵੇ ਤੇ ਕਿਸੇ ਦੇ ਕੁਵੇਲੇ ਵੇਲੇ ਤੁਹਾਡੇ ਨਾਲ ਖੜਨ ਦੀਆਂ ਘਟਨਾਵਾਂ ਦੀ ਗਿਣਤੀ ਘੱਟ, ਪਰ ਸਾਨੂੰ ਮਨੁੱਖ ਦੇ ਸਦੀਵੀ ਕੁਦਰਤੀ ਬਣਤਰ 'ਚ ਪਏ ਇਸ ਮਦਦਗਾਰ ਹੋਣ ਵਾਲੇ ਗੁਣ ਨੂੰ ਜ਼ਰੂਰ ਪਛਾਣਨਾ ਚਾਹੀਦਾ ਹੈ। ਮੈਂ ਇਸ ਗੁਣ 'ਤੇ ਵੱਧ ਟੇਕ ਰੱਖੀ ਹੈ। ਮੈਂ ਇਹ ਆਦਤ ਬਣਾਈ ਹੈ ਕਿ ਅਜੋਕੇ ਸਮੇਂ ਵਿੱਚ ਕਮਜ਼ੋਰੀ ਕਹਿ ਕੇ ਵੀ ਬਿਆਨ ਕੀਤੀ ਜਾਣ ਲੱਗੀ ਹੈ। ਇੱਕ ਵਾਰੀ ਮੈਂ ਆਪਣੇ ਵਿਦਿਆਰਥੀਆਂ ਨੂੰ ਕਿਹਾ, ਆਪਣੀਆਂ ਕਮੀਆਂ, ਕਮਜ਼ੋਰੀਆਂ, ਆਪਣੀਆਂ ਸਮਰਥਾਵਾਂ ਤੇ ਗੁਣਾਂ ਬਾਰੇ ਲਿਖੋ। ਕੇਵਲ ਇੱਕ ਵਿਦਿਆਰਥੀ ਨਹੀਂ, ਕਈਆਂ ਨੂੰ ਆਪਣਾ ਸੰਵੇਦਨਸ਼ੀਲ ਹੋਣਾ ਇੱਕ ਕਮਜ਼ੋਰੀ ਲੱਗਿਆ। ਜਦੋਂ ਉਹ ਤੋਂ ਪੁੱਛਿਆ ਤਾਂ ਉਹਨੇ ਕਿਹਾ, ਲੋਕ ਕਹਿੰਦੇ ਨੇ ਤੂੰ ਨਾ ਬੜਾ ਸੈਂਸਿਟਿਵ ਹੈ, ਐਵੇਂ ਹਰ ਇੱਕ ਦੀ ਮਦਦ ਲਈ ਖੜਾ ਹੋ ਜਾਂਦਾ ਹੈ, ਬੇਚੈਨ ਹੋ ਜਾਂਦਾ ਹੈ। ਇਸ ਤਰ੍ਹਾਂ ਨਹੀਂ ਕਰੀਦਾ। ਮਤਲਬ ਸੰਵੇਦਨਸ਼ੀਲ ਹੋਣ ਵਰਗੀ ਮਨੁੱਖ ਦੀ ਲਾਜਵਾਬ ਕਾਬਲੀਅਤ ਨੂੰ ਇੱਕ ਕਮਜ਼ੋਰੀ ਦੀ ਤਰ੍ਹਾਂ ਉਭਾਰਨਾ ਸਮਾਜ ਦੀ ਦੇਣ ਹੈ ਤੇ ਇਹਦਾ ਨੁਕਸਾਨ ਵੀ ਹੁੰਦਾ ਹੈ ਤੇ ਹੋਇਆ ਹੈ। ਸਮਾਜ ਦੀ ਬਣਤਰ 'ਤੇ ਵੀ ਫਰਕ ਪਿਆ ਤੇ ਨਿੱਜੀ ਤੌਰ 'ਤੇ ਸਾਡੀ ਆਪਣੀ ਸਰੀਰਕ ਸਿਹਤ 'ਤੇ ਵੀ। ਮੈਂ ਕੋਸ਼ਿਸ਼ ਕੀਤੀ ਹੈ ਇਸ ਗੁਣ ਨੂੰ ਵੱਧ ਤੋਂ ਵੱਧ ਬਚਾ ਕੇ ਰੱਖਿਆ ਜਾ ਸਕੇ। ਸਾਹਿਤ ਨੇ ਵੀ ਮਦਦ ਕੀਤੀ ਹੈ, ਸਮਾਜ ਤੇ ਮਨੋਵਿਗਿਆਨ ਦੀ ਪੜ੍ਹਾਈ ਨੇ ਵੀ, ਤੇ ਵਿਸ਼ੇਸ਼ ਤੌਰ 'ਤੇ ਇੱਕ ਪੁਸਤਕ ਇਮੋਸ਼ਨਲ ਇੰਟੈਲੀਜੈਂਸ ਨੇ ਵੀ। ਤੇ ਇਸੇ ਤਰ੍ਹਾਂ ਹੀ ਇਸ ਤੱਥ ਨੂੰ ਮਨੁੱਖੀ ਸਿਹਤ ਤੇ ਬਿਮਾਰੀ ਨਾਲ ਜੋੜ ਕੇ ਪੇਸ਼ ਕਰਦੀ ਤੇ ਬਾਖੂਬੀ ਸਮਝਾਉਣ ਵਾਲੀ ਇੱਕ ਪੁਸਤਕ 10 ways to boost your immune system ਨੇ ਵੀ ਕਈ ਪੱਖ ਉਜਾਗਰ ਕੀਤੇ। ਪਿਛਲੇ ਦਿਨੀ ਇਸ ਕਰੋਨਾ ਕਾਲ ਦੌਰਾਨ ਮੈਨੂੰ ਇੱਕ ਫੋਨ ਆਇਆ, ਡਾਕਟਰ ਜੀ ਇਹਨਾਂ ਦਿਨਾਂ 'ਚ ਫੈਕਟਰੀ ਬੰਦ ਹੈ, ਜੋ ਘਰੇ ਸੀ ਮੁੱਕ ਗਿਆ, ਥੋੜ੍ਹੀ ਜਿਹੀ ਮਦਦ ਹੋ ਜਾਂਦੀ ਤਾਂ ਮਿਹਰਬਾਨੀ, ਬੱਚਿਆਂ ਲਈ ਰਾਸ਼ਨ ਪਾ ਲੈਂਦੇ। ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ? ਮੈਂ ਪੁੱਛਿਆ। ਤੁਸੀਂ ਅਖਬਾਰ 'ਚ ਲਿਖਦੇ ਹੋ ਨਾ, ਮੈਂ ਪੜ੍ਹਨਾ। ਉਦੋਂ ਦੇਖਿਆ, ਸੋਚਿਆ ਤੁਹਾਨੂੰ ਗੁਜ਼ਾਰਿਸ਼ ਕਰਕੇ ਦੇਖ ਲਵਾਂ, ਮੈਂ ਛੇਤੀ ਮੋੜ ਦੇਵਾਂਗਾ ਖੁਦ ਆ ਕੇ। ਮੈਂ ਉਹਨੂੰ ਪੁੱਛਿਆ, ਪੈਸੇ ਲੈ ਕੇ ਕਿਵੇਂ ਜਾਏਗਾ? ਸਭ ਕੁਝ ਤਾਂ ਬੰਦ ਹੈ। ਉਹ ਆਪਣੇ ਆਪ ਨੂੰ ਅੰਮ੍ਰਿਤਸਰ ਤੋਂ ਤਕਰੀਬਨ 40 ਕਿਲੋਮੀਟਰ ਨੌਸ਼ਹਿਰਾ ਪੰਨੂਆਂ ਤੋਂ ਦੱਸ ਰਿਹਾ ਸੀ। ਉਹਨੇ ਮੈਨੂੰ ਐਕਸਿਸ ਬੈਂਕ ਦਾ ਅਕਾਊਂਟ ਨੰਬਰ ਭੇਜਿਆ। ਉਹਦੇ ਕਹਿਣ ਮੁਤਾਬਕ ਮੈਂ ਉਹਨੂੰ 2500 ਰੁਪਏ ਭਿਜਵਾ ਦਿੱਤੇ। ਕੁਦਰਤੀ ਊਸ਼ਾ ਦਾ ਅਕਾਊਂਟ ਐਕਸਿਸ ਬੈਂਕ 'ਚ ਹੈ ਤੇ ਪੈਸੇ ਨਾਲ ਪਹੁੰਚ ਗਏ। ਊਸ਼ਾ ਨੇ ਪੁੱਛਿਆ, ਕੌਣ ਹੈ? ਮੈਂ ਕਿਹਾ, ਪਤਾ ਨਹੀਂ। ਊਸ਼ਾ ਨੇ ਅੱਗੋਂ ਕੁਛ ਨਹੀਂ ਕਿਹਾ। ਜੋ ਮਰਜ਼ੀ ਸਮਝੋ, ਮੇਰੀ ਆਦਤ ਹੈ ਜਾਂ ਤਾਕਤ ਹੈ ਕਿ ਛੇਤੀ ਕਿਤੇ ਕੀ ਪਹਿਲੀ ਗੱਲਬਾਤ ਜਾਂ ਮਿਲਣੀ 'ਤੇ ਵੀ ਮੈਂ ਕਿਸੇ ਨੂੰ ਬੇਭਰੋਸਗੀ ਦੇ ਦਾਇਰੇ 'ਚ ਨਹੀਂ ਲੈਂਦਾ। ਕੋਈ ਮਤਲਬ ਹੀ ਨਹੀਂ ਬਣਦਾ। ਅਸੀਂ ਸੁਣਦੇ ਆਏ ਹਾਂ ਕਿ ਧਰਤੀ ਯਕੀਨ ਦੇ ਧੁਰੇ 'ਤੇ ਖੜੀ ਹੈ। ਸਹੀ ਅਰਥਾਂ 'ਚ ਸਮਾਜ ਦੀ ਹੋਂਦ ਨੂੰ ਬਣਾਈ ਰੱਖਣ ਦਾ ਧੁਰਾ ਸਭ ਤੋਂ ਲਾਜ਼ਮੀ ਤੱਤ ਭਰੋਸਾ ਹੈ। ਪਰ ਅਫਸੋਸ ਹੈ ਕਿ ਭਰੋਸਾ ਟੁੱਟ ਰਿਹਾ ਹੈ ਜਾਂ ਇਹਨੂੰ ਪੇਤਲਾ ਕਰਨ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਸਭ ਨੂੰ ਆਪੋ ਆਪਣੇ ਨਿੱਜੀ ਖੋਲ 'ਚ ਵੜ ਜਾਣ ਲਈ ਕਿਹਾ ਜਾ ਰਿਹਾ ਹੈ। ਇਹ ਗੱਲ ਹੈ ਕਿ ਸਮਾਜ ਵਿੱਚ ਧੋਖਾ ਵੀ ਹੈ, ਪਰ ਉਹਦੀ ਸਮਝ ਵੱਖਰੇ ਤੌਰ 'ਤੇ ਵਿਚਾਰਨੀ ਚਾਹੀਦੀ ਹੈ ਤੇ ਉਸ ਧੋਖੇ ਨੂੰ ਘੱਟ ਕਰਨ ਦਾ ਸਮਾਜਿਕ ਮਾਹੌਲ ਤਿਆਰ ਕਰਨਾ ਚਾਹੀਦਾ ਹੈ। ਇਹ ਨਹੀਂ ਹੈ ਕਿ ਇਹ ਸੰਭਵ ਨਹੀਂ ਹੈ। ਕੋਈ ਵੀ ਸ਼ਖਸ ਜਮਾਂਦਰੂ ਧੋਖੇਬਾਜ਼ ਨਹੀਂ ਹੁੰਦਾ। ਸਾਡੀ ਸਿਖਲਾਈ, ਪੜ੍ਹਾਈ, ਸਾਡਾ ਆਰਥਿਕ ਢਾਂਚਾ, ਨਾ ਬਰਾਬਰੀ, ਵਿਤਕਰਾ ਤੇ ਨਫ਼ਰਤ ਇਹਨੂੰ ਜ਼ਮੀਨ ਮੁਹੱਈਆ ਕਰਵਾਉਂਦੇ ਹਨ। ਇਸੇ ਕਰੋਨਾ ਕਾਲ ਵਾਲੇ ਕੇਸ ਵਿੱਚ ਹਫ਼ਤੇ ਬਾਅਦ ਉਹਦਾ ਦੁਬਾਰਾ ਫੋਨ ਆਇਆ ਸੀ। ਦੁੱਧ ਵਾਲੇ ਨੇ ਦੁੱਧ ਪਾਉਣਾ ਬੰਦ ਕਰਤਾ, ਪੈਸੇ ਮੰਗਦਾ ਹੈ, ਕਹਿੰਦਾ ਅੱਧੇ ਹੀ ਦੇ ਦਿਓ। 1200 ਰੁਪਏ ਮੰਗੇ ਤੇ ਮੈਂ ਫਿਰ ਭੇਜ ਦਿੱਤੇ। ਤੀਸਰੀ ਵਾਰ ਫੋਨ ਆਇਆ, ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ, ਹਸਪਤਾਲ ਲੈ ਕੇ ਜਾਣਾ, ਟੈਕਸੀ ਦਾ ਕਿਰਾਇਆ ਚਾਹੀਦਾ ਹੈ ਕਿ ਮੈਂ ਨਹੀਂ ਭੇਜੇ। ਫਿਰ ਉਹਦਾ ਫੋਨ ਨਾ ਆਇਆ ਤੇ ਮੈਂ ਆਪਣੇ ਡਰਾਈਵਰ ਤੋਂ ਉਹਨੂੰ ਫੋਨ ਕਰਵਾਇਆ ਤੇ ਉਹਨੇ ਚੁੱਕਿਆ ਵੀ ਨਹੀਂ। ਪਰ ਜੇ ਕੋਈ ਮੈਨੂੰ ਕਹੇ ਕਿ ਤੈਨੂੰ ਸਬਕ ਸਿੱਖਣਾ ਚਾਹੀਦਾ ਹੈ, ਮੈਨੂੰ ਸਿੱਖਣ ਦੀ ਆਦਤ ਹੈ, ਬਿਲਕੁਲ ਹੈ। ਮੈਂ ਕਦੇ ਵੀ ਸਿੱਖਣ ਨੂੰ ਕਿਤਾਬਾਂ, ਇਸ਼ਤਿਹਾਰਾਂ ਤੱਕ ਸੀਮਤ ਨਹੀਂ ਰੱਖਿਆ। ਮੈਂ ਬਹੁਤ ਜ਼ਿਆਦਾ ਨਹੀਂ ਪੜ੍ਹਿਆ, ਜਿਵੇਂ ਕੋਈ ਲੇਖਕ ਜਾਂ ਹੋਰ ਸਕਾਲਰ ਹਜ਼ਾਰਾਂ ਦੀ ਗਿਣਤੀ 'ਚ ਕਿਤਾਬਾਂ ਪੜ੍ਹਨ ਦੀ ਗੱਲ ਕਰਦੇ। ਪਰ ਜੋ ਪੜ੍ਹਿਆ ਹੈ ਤੇ ਜੋ ਵੀ ਤੱਥ ਸੱਚ ਮੇਰੇ ਬੌਧਿਕ ਪੱਖ ਨੂੰ ਸਹੀ ਲੱਗਿਆ, ਵਿਗਿਆਨਕ ਲੱਗਿਆ, ਉਹ ਮੈਂ ਉਸੇ ਵਕਤ ਆਪਣੇ ਦਿਮਾਗ 'ਚ ਦਰਜ ਕਰਕੇ ਜੀਵਨ ਦਾ ਹਿੱਸਾ ਵੀ ਬਣਾਇਆ।
ਜੇ ਇੱਥੇ ਸਿੱਖਣ ਦੀ ਲੋੜ ਹੀ ਹੈ ਤਾਂ ਮੈਂ ਜਲੰਧਰ ਵਾਲੇ ਹਾਦਸੇ ਦੌਰਾਨ ਉਸ ਗੋਲੀਆਂ ਵੇਚਣ ਵਾਲੇ ਸ਼ਖਸ ਤੋਂ ਕਿਉਂ ਨਾ ਸਿੱਖਾਂ। ਮੇਰੇ ਕੋਲ ਅਜਿਹੇ ਕਈ ਹੋਰ ਮੇਰੀ ਤਾਕਤ ਬਣੇ। ਮੈਨੂੰ ਹੱਲਾਸ਼ੇਰੀ ਦੇਣ ਵਾਲੇ ਤਜਰਬੇ ਹਨ। ਮੈਨੂੰ ਇਹ ਵੀ ਚੁਣਨਾ ਆਉਣਾ ਚਾਹੀਦਾ ਹੈ ਕਿ ਮੈਂ ਕੁਦਰਤ ਤੋਂ ਮਿਲੇ ਇਸ ਤਾਕਤਵਰ ਗੁਣ ਨੂੰ ਨਾਲ ਰੱਖਾਂ। ਕਈ ਵਾਰੀ ਇਸ ਗੱਲ 'ਤੇ ਵੀ ਕੋਈ ਕਹਿ ਦਿੰਦਾ ਕਿ ਖਾਸ ਕਰ ਜਦੋਂ ਕਿ ਇਸ ਆਰਜ਼ੀ ਲੱਤ ਨਾਲ ਹਰ ਐਤਵਾਰ ਤੁਰੇ ਫਿਰਨਾ। ਕਈ ਕਹਿੰਦੇ ਕਿ ਤੁਸੀਂ ਲਿਖਦੇ ਹੋ, ਸੈਮੀਨਾਰ 'ਚ ਕਿੰਨੇ ਕੁ ਲੋਕ ਹੁੰਦੇ ਨੇ, 100 ਸਵਾ 100, ਅਖਬਾਰ ਹਜ਼ਾਰਾਂ ਦੀ ਗਿਣਤੀ 'ਚ ਪੜ੍ਹੀ ਜਾਂਦੀ ਹੈ। ਠੀਕ ਹੈ, ਕੁਝ ਲਿਖਿਆ ਪੜ੍ਹਨਾ ਅਤੇ ਆਪਣੇ ਸਾਹਮਣੇ ਗੱਲ ਕਰਨੀ, ਵਿਚਾਰ ਵਟਾਂਦਰਾ, ਸਵਾਲ ਜਵਾਬ, ਬੈਠ ਕੇ ਲਿਖਣਾ, ਤੁਰ ਕੇ ਸਰਗਰਮੀ ਨਾਲ ਕਿਸੇ ਸਮਾਗਮ ਸੈਮੀਨਾਰ ਦਾ ਹਿੱਸਾ ਬਣਨਾ ਬਹੁਤ ਵੱਡਾ ਫਰਕ ਹੈ। ਅਸੀਂ ਕਹਿੰਦੇ ਹਾਂ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਉਹ ਇਕੱਲਾ ਨਹੀਂ ਰਹਿ ਸਕਦਾ। ਇਕੱਲੇਪਨ ਤੋਂ ਵੱਡੀ ਕੋਈ ਸਜ਼ਾ ਨਹੀਂ। ਇਕਾਂਤਵਾਸ, ਖੁਦ ਚਿੰਤਨ ਕਰਨ ਲਈ ਕੱਲ੍ਹ ਦੀ ਲੋੜ ਵੱਖਰੀ ਧਾਰਨਾ ਹੈ। ਉਹ ਸਿਰਜਣਾ ਦਾ ਹਿੱਸਾ ਹੈ। ਫਿਰ ਵੀ ਉਹ ਅਵਸਥਾ ਤੋਂ ਬਾਹਰ ਆ ਕੇ ਮਿਲਣ ਦਾ ਮਨ ਕਰਦਾ ਹੀ ਹੈ। ਮੈਂ ਅਕਸਰ ਇਹ ਵੀ ਸੁਣਿਆ ਕਿ ਡਾਕਟਰ ਸਾਹਿਬ ਤੁਹਾਨੂੰ ਪੜ੍ਹਿਆ ਤਾਂ ਬਹੁਤ ਹੈ ਪਰ ਮਿਲ ਕੇ ਮਨ ਖੁਸ਼ ਹੋ ਗਿਆ। ਮਨ 'ਚ ਬੜੀ ਖਾਹਿਸ਼ ਸੀ ਤੁਹਾਨੂੰ ਮਿਲਣ ਦੀ। ਇਹ ਕਿਸ ਭਾਵਨਾ ਦਾ ਪ੍ਰਗਟਾਵਾ ਹੈ? ਮੈਨੂੰ ਆਪਣੇ ਜਨਮ ਦਿਨ 'ਤੇ 5-7 ਫੋਨ ਆਉਂਦੇ ਰਹੇ ਹਨ। ਹੁਣ ਫੇਸਬੁੱਕ 'ਤੇ ਗਿਣਤੀ 500 ਤੋਂ ਵੱਧ ਹੁੰਦੀ ਹੈ, ਪਰ ਤਸੱਲੀ ਉਹਨਾਂ 5-7 ਫੋਨਾਂ ਨਾਲ ਵੱਧ ਹੁੰਦੀ ਹੈ। ਮੈਂ ਆਪਣੀ ਪੇਂਡੂ ਨੌਕਰੀ ਦੌਰਾਨ ਪਿੰਡ ਦੀ 2 ਕਮਰਿਆਂ ਵਾਲੀ ਡਿਸਪੈਂਸਰੀ ਦੇ ਇੱਕ ਕਮਰੇ ਦਾ ਸਮਾਨ ਇੱਧਰ ਉੱਧਰ ਕਰ ਆਪਣੇ ਲਈ ਰਹਿਣ ਦੀ ਥਾਂ ਬਣਾ ਲਈ। ਮੇਰਾ ਜੱਦੀ ਘਰ 150 ਕਿਲੋਮੀਟਰ ਦੂਰ, ਰੋਜ਼ਾਨਾ ਆਉਣ ਜਾਣ ਬਾਰੇ ਤਾਂ ਕੀ ਸੋਚਣਾ, ਹਫ਼ਤੇ ਮਗਰੋਂ ਵੀ ਸੰਭਵ ਨਹੀਂ ਸੀ। ਇਸ ਪਾਸੇ ਵੱਲ ਬੁਢਲਾਡਾ ਮਾਨਸਾ। ਮੇਰਾ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਸੀ ਅਤੇ ਸਾਹਿਤਕ ਜੀਵਨ ਅਜੇ ਸ਼ੁਰੂ ਹੋਣਾ ਸੀ। ਪਿੰਡ 'ਚ ਰਹਿਣਾ ਮੇਰੇ ਲਈ ਸੁਖਾਲਾ ਸੀ, ਕਿਰਾਏ ਦੀ ਬੱਚਤ ਸੀ। ਜਿਵੇਂ ਦੱਸਿਆ ਕਿ ਮੇਰੀ ਪਹਿਲੀ ਨੌਕਰੀ ਸੀ ਅਤੇ ਪੜ੍ਹਨ ਦੇ ਮੌਕੇ, MD ਨਾਲੋਂ ਨਾਲ ਮਿਲਣ ਦੇ ਮੌਕੇ ਨੂੰ ਪਾਸੇ ਰੱਖ ਕੇ ਨੌਕਰੀ ਕਰਨੀ ਸੀ। ਲੋੜ ਸੀ ਘਰੇ। ਮੈਂ ਪਿੰਡ ਰਹਿਣ ਨੂੰ ਤਰਜੀਹ ਦਿੱਤੀ। ਪਿੰਡ ਵਾਲਿਆਂ ਨੂੰ ਵੀ ਸੌਖ ਸੀ। ਮੈਂ ਡਿਸਪੈਂਸਰੀ ਵਿੱਚ ਹੀ ਰਹਿੰਦਾ। ਜਦੋਂ ਮਰਜ਼ੀ ਕੋਈ ਆਵੇ, ਕੋਈ ਵੇਲਾ ਕੁਵੇਲਾ ਨਹੀਂ, ਕੋਈ ਗੋਲੀ, ਕੋਈ ਪੱਟੀ। ਸ਼ਾਇਦ ਇਸ ਕਰਕੇ ਜਾਂ ਪੇਂਡੂ ਸੱਭਿਆਚਾਰ ਕਰਕੇ ਤੁਸੀਂ ਅੰਦਾਜ਼ਾ ਲਗਾਓ। ਮੈਂ ਤਕਰੀਬਨ 2.5 ਸਾਲ ਪਿੰਡ ਨੌਕਰੀ ਕੀਤੀ ਅਤੇ ਮੈਂ ਇੱਕ ਦਿਨ ਵੀ ਰੋਟੀ ਆਪ ਨਹੀਂ ਬਣਾਈ। ਪਿੰਡੋਂ ਆਉਂਦੀ ਰਹੀ। ਇਹ ਠੀਕ ਹੈ ਕਿ ਡਿਸਪੈਂਸਰੀ ਦੇ ਸਾਹਮਣੇ ਇੱਕ ਘਰ ਪੱਕਾ ਸੀ, ਪਰ ਹੋਰ ਕਈ ਘਰਾਂ ਵਾਲਿਆਂ ਨੇ ਉਚੇਚੇ ਆ ਕੇ ਕਹਿਣਾ, ਡਾਕਟਰ ਜੀ ਅੱਜ ਰੋਟੀ ਸਾਡੇ ਘਰੋਂ ਆਈ। ਹੋ ਸਕਦਾ ਹੈ ਮੇਰੇ ਡਾਕਟਰ ਹੋਣ ਕਰਕੇ ਉਹ ਮੇਰੀ ਨੇੜਤਾ ਹਾਸਲ ਕਰਨੀ ਚਾਹੁੰਦੇ ਹੋਣ, ਪਰ ਇਹ ਮੇਰੇ ਵੀ ਸੁਭਾਅ ਸਦਕਾ ਸੀ ਕਿ ਮੈਂ ਉਹਨਾਂ ਤੋਂ ਰੋਟੀ ਲੈਣ ਲਈ ਝੱਕ ਨਹੀਂ ਸੀ ਰਿਹਾ। ਇਸ ਤਰ੍ਹਾਂ ਸ਼ਾਮੀ ਕੁਝ ਬੱਚੇ ਡਿਸਪੈਂਸਰੀ ਆ ਜਾਂਦੇ, ਆਪਣੇ ਸਕੂਲ ਦਾ ਕੰਮ ਕਰਦੇ ਰਹਿੰਦੇ। ਡਿਸਪੈਂਸਰੀ ਦੇ ਸਾਹਮਣੇ ਇੱਕ ਨੌਜਵਾਨ ਦਰਸ਼ਨ ਸਿੰਘ ਸੀ, ਜਿਹਦਾ ਪਿਤਾ ਵੈਦ ਸੀ। ਉਹ ਸ਼ਾਮ ਨੂੰ ਆ ਬੈਠਦਾ, ਹੈ ਤਾਂ ਸੰਗਾਊ ਸੀ ਪਰ ਆ ਬੈਠਦਾ, ਮਾੜੀ ਮੋਟੀ ਗੱਲਬਾਤ ਕਰਦਾ। ਉਹਨਾਂ ਦੇ ਘਰੋਂ ਵੀ ਅਕਸਰ ਰੋਟੀ ਆ ਜਾਂਦੀ। ਇੱਕ ਸਬੱਬ ਬਣਿਆ ਉਸ ਨੌਜਵਾਨ ਨਾਲ। ਉਹਦਾ ਸਹੁਰਾ ਪਰਿਵਾਰ ਸੀ ਬੰਬਈ। ਉਹਦੀ ਵਹੁਟੀ ਨੂੰ ਗਰਭ ਠਹਿਰਿਆ ਤਾਂ ਸੱਭਿਆਚਾਰਕ ਰੀਤ ਅਨੁਸਾਰ ਉਹਨੇ ਪਤਨੀ ਨੂੰ ਜਣੇਪੇ ਲਈ ਪੇਕੇ ਛੱਡਣ ਜਾਣਾ ਸੀ। ਮੈਨੂੰ ਕਹਿੰਦਾ, ਡਾਕਟਰ ਜੀ ਆਓ ਚੱਲੀਏ, ਆਉਣ ਜਾਣ ਹੀ ਕਰਾਂਗੇ, ਇਹਨੂੰ ਛੱਡ ਕੇ ਆਉਣਾ। ਮੈਂ ਤਿਆਰ ਹੋ ਗਿਆ। 2 ਦਿਨ ਜਾਣ ਨੂੰ, 2 ਆਉਣ ਨੂੰ ਅਤੇ 4 ਦਿਨ ਉੱਥੇ। ਇਸ ਦੌਰਾਨ ਘੁੰਮੇ, ਦਰਸ਼ਨ ਦੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਮਿਲੇ। ਮੈਨੂੰ ਸੁਰਿੰਦਰ ਸ਼ਰਮਾ ਨੇ ਸੁਖਬੀਰ ਜੀ ਦਾ ਪਤਾ ਦੇ ਦਿੱਤਾ। ਮੈਂ ਜਾ ਮਿਲਿਆ ਅਤੇ ਸੁਖਬੀਰ ਹੋਰਾਂ ਨਾਲ ਪਹਿਲੀ ਸਰਸਰੀ ਜਿਹੀ ਮੁਲਾਕਾਤ ਅੱਜ ਤੱਕ ਬਣੀ ਹੋਈ ਹੈ। ਉਹਨਾਂ ਦੀ ਮਿਸਿਜ਼ ਭੈਣ ਜਸਬੀਰ ਜੀ ਨਾਲ ਅਤੇ ਬੇਟੇ ਨਵਰਾਜ ਨਾਲ। ਇਸੇ ਦੌਰਾਨ ਦਰਸ਼ਨ ਸਿੰਘ ਦੇ ਸਹੁਰੇ ਚਾਚੇ ਨੂੰ ਮਿਲੇ। ਉਹ ਕਿਤੇ ਹੋਰ ਕਾਲੋਨੀ 'ਚ ਰਹਿੰਦਾ ਸੀ। ਮਿਲ ਕੇ ਚਾਹ ਪੀਤੀ, ਹਾਲ ਚਾਲ ਪੁੱਛਿਆ, ਪੰਜਾਬ, ਪਿੰਡ ਦੀਆਂ ਗੱਲਾਂ। ਉਹਨਾਂ ਨੇ ਬੜੀ ਖੁਸ਼ੀ ਪ੍ਰਗਟਾਈ। ਗੱਲਾਂ 'ਚ ਮੈਂ ਕਿਤੇ ਕਿਹਾ ਹੋਏਗਾ, ਚਿੱਠੀ ਪੱਤਰੀ ਨਾਲ ਪਤਾ ਚੱਲਦਾ ਰਹਿੰਦਾ, ਭਾਵੇਂ ਬੰਬਈ ਬਹੁਤ ਦੂਰ ਹੈ। ਉਹਨਾਂ ਦਾ ਝੱਟ ਜਵਾਬ ਸੀ, ਉਹ ਤਾਂ ਠੀਕ ਹੈ ਜੀ, ਹਾਲ ਚਾਲ ਪਤਾ ਚੱਲ ਜਾਂਦਾ, ਪਰ ਬੰਦਾ ਚਿੱਠੀ ਨਾਲ ਬੈਠ ਕੇ ਚਾਹ ਤਾਂ ਨਹੀਂ ਪੀ ਸਕਦਾ। ਇਹ ਮਿਲ ਬੈਠ ਕੇ ਇਕੱਠਿਆਂ ਚਾਹ ਪੀਣ ਦੀ ਭਾਵਨਾ ਦਾ ਆਪਣਾ ਹੀ ਸਵਾਦ ਹੈ। ਹੁਣ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਕਲਾਂ ਵੀ ਦਿਸ ਜਾਂਦੀਆਂ ਅਤੇ ਮੈਨੂੰ ਤਾਂ ਕਿਸੇ ਨੇ ਦੱਸਿਆ ਕਿ ਉਹ ਸਕਾਈਪ 'ਤੇ ਬੈਠ ਕੇ ਇਕੱਠੇ ਦਾਰੂ ਵੀ ਪੀ ਲੈਂਦੇ ਆ। ਲੈਪਟਾਪ ਦੀ ਸਕਰੀਨ 'ਤੇ ਗਲਾਸੀ ਟਕਰਾ ਕੇ ਚੇਅਰ ਕਰਦੇ ਆ। ਚੇਅਰ ਸ਼ਬਦ ਦਾ ਪੰਜਾਬੀ ਅਰਥ ਖੁਸ਼ੀ ਹੈ। ਇਹ ਚੇਅਰ ਖਾਲੀ ਪਾਣੀ ਨਾਲ ਜਾਂ ਚਾਹ ਦੀ ਪਿਆਲੀ ਨਾਲ ਵੀ ਹੋ ਸਕਦਾ ਹੈ। ਪਤਾ ਨਹੀਂ ਲੋਕੀ ਕਿਉਂ ਇਹਨੂੰ ਸ਼ਰਾਬ ਨਾਲ ਹੀ ਜੋੜਦੇ ਹੈ। ਖੁਸ਼ੀ ਦਾ ਸੰਬੰਧ ਸ਼ਰਾਬ ਨਾਲ ਨਹੀਂ ਹੈ, ਵਿਅਕਤੀ ਦੇ ਮਿਲ ਬੈਠਣ ਵਿੱਚ ਹੈ, ਲੈਪਟਾਪ ਦੀ ਸਕਰੀਨ ਵਿੱਚ ਵੀ ਨਹੀਂ ਹੈ। ਧੰਨਵਾਦ।